ਜਦੋਂ ਅਸੀਂ ਸੋਚਦੇ ਪਏ ਇਤਿਹਾਸ ਦੇ ਵਿੱਚ ਇੱਕ ਸਮਾਂ ਇਦਾਂ ਦਾ ਆਉਂਦਾ ਸਾਡੇ ਇਤਿਹਾਸ ਦੇ ਵਿੱਚ ਜਿਹੜਾ ਅਸੀਂ ਸੋਚਿਆ ਨਹੀਂ ਸੀਗਾ। ਜਿੱਦਾਂ ਹੁਣ ਤੁਸੀਂ ਐਗਜ਼ਾਮਪਲ ਤੁਹਾਨੂੰ ਦੇ ਦਿੰਦਾ, ਮੈਂ ਕਦੀ ਸੋਚਿਆ ਨਹੀਂ ਸੀਗਾ ਭਈ ਰੂਸ ਇੱਕ ਬਹੁਤ ਵੱਡਾ ਦੇਸ਼ ਹੁੰਦਾ ਸੀਗਾ, ਹੁਣ ਉਹਦੇ ਵਿੱਚੋਂ ਨਿੱਕੇ ਨਿੱਕੇ ਦੇਸ਼ ਮੁੜ ਕੇ ਫੇਰ ਬਣ ਗਏ। ਇੱਕ ਵਾਰੀ ਉਹ ਵੀ ਪਹਿਲਾਂ ਵੀ ਸਾਰੇ ਇਕੱਠ ਹੋ ਗਿਆ ਸੀਗਾ। ਦੂਜੇ ਪਾਸੇ ਇੱਕ ਬਹੁਤ ਵੱਡੀ ਕੰਧ ਸੀ ਦੋ ਦੇਸ਼ਾਂ ਵਿੱਚ, ਈਸਟ ਜਰਮਨੀ ਵਿੱਚ, ਵੈਸਟ ਜਰਮਨੀ ਵਿੱਚ। ਉਹ ਕੰਧ ਵੀ ਡਿੱਗ ਪਈ ਤੇ ਲੋਕ ਜਿਹੜੇ ਪਈ ਇੱਕ ਹੋ ਗਏ। ਤੇ ਇਤਿਹਾਸਕ ਤੌਰ ਤੇ ਆ ਜਿਹੜਾ ਸਮਾਂ ਆ ਹੁਣ ਜਿਹੜਾ ਆ ਰਿਹਾ ਇਸ ਵੇਲੇ ਸਾਡੇ ਉੱਪਰ ਜਾਂ ਆਇਆ ਆ, ਕਿਸਾਨਾਂ ਦਾ ਜਿਹੜਾ ਭਈ ਸੰਘਰਸ਼ ਚੱਲ ਰਿਹਾ, ਹੁਣ ਤੁਹਾਡੇ ਸਿਰ ਤੇ ਸਾਰਾ ਕੁਝ ਆ। ਇਹ ਸਾਡੀ ਜਿਹੜੀ ਲੀਡਰਸ਼ਿਪ ਆ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਹੀ ਧੰਨਵਾਦੀਆਂ ਦਾ ਸਾਰਿਆਂ ਦਾ ਅਸੀਂ ਸਤਿਕਾਰ ਕਰਦੇ, ਕਿਉਂਕਿ ਜਿਹੜੇ ਨੌਜਵਾਨ ਵੀ ਜੁੜੇ ਆ, ਸਾਡੇ ਨੌਜਵਾਨ ਲੀਡਰਸ਼ਿਪ ਹੈਗੇ ਆ ਜਿਹੜੇ ਕਿਸਾਨ ਯੂਨੀਅਨ ਦੇ ਨਾਲ ਨਹੀਂ ਗਏ। ਉਹਦੇ ਵਿੱਚ ਵੀ ਸਾਡੇ ਇੰਡੀਵਿਜੂਅਲ ਨੌਜਵਾਨ ਜਿਹੜੇ ਇਸ ਵੇਲੇ ਲੀਡ ਕਰ ਰਹੇ, ਲੱਖਾ ਸਿਧਾਣਾ ਹੋਵੇ, ਦੀਪ ਸਿੱਧੂ ਹੋਵੇ, ਹੋਰ ਵੀ ਨੌਜਵਾਨ ਇਸ ਵੇਲੇ ਜਿਹੜੇ ਮੋਹਰੇ ਹੋ ਕੇ ਨੌਜਵਾਨਾਂ ਨੂੰ ਨਾਲ ਜੋੜਿਆ ਇਸ ਸੰਘਰਸ਼ ਦੇ ਵਿੱਚ। ਕਿਉਂਕਿ ਇਤਿਹਾਸਕ ਤੌਰ ਤੇ ਜਿਹੜਾ ਕੋਈ ਸੰਘਰਸ਼ ਹੁੰਦਾ, ਜੇ ਕੋਈ ਨੌਜਵਾਨ ਪੀੜ੍ਹੀ ਨਾ ਜੁੜੇ, ਉਹ ਬਿਲਕੁਲ ਕਾਮਯਾਬ ਨਹੀਂ ਹੁੰਦਾ। ਹੁਣ ਉੱਧਰੋਂ ਬਜ਼ੁਰਗ ਆ, ਬੱਚੇ ਆ, ਤੇ ਸਾਰੀ ਨੌਜਵਾਨ ਪੀੜ੍ਹੀ ਵੀ ਪੰਜਾਬ ਦੀ ਤੇ ਦਿੱਲੀ ਦੀ ਵੀ ਕਹਿ ਲਓ, ਜਿਹੜੇ ਪੰਜਾਬੀ ਵਾਸੀ ਆ ਉਹ ਵੀ ਨਾਲ ਜੁੜੇ ਹੋ ਆ। ਸਾਰਾ ਕੁਛ ਇਹ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਹੋਣ ਲੱਗੀ ਆ, ਇਹ ਕਿੱਦਾਂ ਨਿਭਾਉਣੀ ਆ। ਸੋ ਜਿਹੜੀ ਮੇਰੀ ਬੇਨਤੀ ਇਹ ਆ ਭਈ ਜੇ ਕੋਈ ਵੀ ਗੱਲ ਹੋ ਰਹੀ ਆ ਜਾਂ ਗੱਲ ਹੋਈ ਆ, ਤੁਹਾਡੇ ਜਿਹੜੇ ਲੀਡਰਸ਼ਿਪ ਆ ਜਾਂ ਯੂਥ ਲੀਡਰਸ਼ਿਪ ਆ, ਜਿਹੜੇ ਇਸ ਵੇਲੇ ਇੱਕ ਥਾਂ ਤੇ ਵਿੱਚ ਇਕੱਠੇ ਹੋ ਕੇ ਇੰਨੀ ਸਰਦੀ ਵਿੱਚ, ਮੀਂਹ ਦੇ ਵਿੱਚ, ਬਾਰਿਸ਼ ਦੇ ਵਿੱਚ, ਔਖੇ ਸਮੇਂ ਵਿੱਚ ਇਕੱਠੇ ਬੈਠੇ ਆ, ਤੇ ਉਹ ਜਿਹੜਾ ਇਕੱਠ ਹੋਣਾ, ਇਕਜੁੱਟ ਹੋਣਾ, ਉਹ ਤੁਸੀਂ ਬਿਲਕੁਲ ਉਹਦੇ ਉੱਪਰ ਹੀ ਬਿਲਡ ਕਰਨੀ ਸਾਰੀ ਚੀਜ਼। ਕਿਉਂਕਿ ਇਹ ਨਹੀਂ ਸਾਨੂੰ ਸੁਣਨਾ ਚਾਹੀਦਾ ਭਈ ਜਿਹੜੇ ਭਈ ਬਜ਼ੁਰਗ ਆ ਕਿਸਾਨ ਯੂਨੀਅਨ ਦੇ ਇੱਕ ਪਾਸੇ ਆ ਜਾਂ ਜਿਹੜੇ ਯੂਥ ਲੀਡਰ ਦੂਜੇ ਪਾਸੇ ਆ। ਇਹਦੇ ਵਿੱਚ ਜਦੋਂ ਇੱਦਾਂ ਦੀਆਂ ਗੱਲਾਂ ਆਉਣ ਲੱਗ ਪੈਣੀਆਂ ਜਾਂ ਆਊਗੀਆਂ, ਇਹਦੇ ਵਿੱਚ ਕਮਜ਼ੋਰੀ ਆਉਣ ਲੱਗ ਪੈਣੀ ਸਾਰੇ ਜਿਹੜੇ ਧਰਨੇ ਦੀ, ਜਿਹੜੀ ਸੰਘਰਸ਼ ਦੀ। ਤੇ ਇਸ ਵੇਲੇ ਜਿਹੜਾ ਦਿੱਲੀ 'ਚ ਇਕੱਠ ਆ, ਤੇ ਜਦੋਂ ਇਹ ਕੰਮ ਹੋਣ ਲੱਗ ਪਿਆ ਤੇ ਜਿਹੜੇ ਸਾਡੇ ਉੱਪਰ ਕਹਿ ਲਓ ਸਰਕਾਰ ਆ, ਉਹਨਾਂ ਨੇ ਫਿਰ ਕਹਿਣਾ ਵੀ ਦੇਖੋ ਇਹ ਤਾਂ ਹੁਣ ਇਕੱਲੇ ਹੋਈਏ, ਹੋਰ ਕਿੱਦਾਂ ਇਕੱਲੇ ਕਰੀਏ। ਸੋ ਜਿਹੜੇ ਵੀ ਸਾਡੇ ਸਿਆਣੇ ਬਜ਼ੁਰਗ ਕਿਸਾਨ ਯੂਨੀਅਨ ਦੇ ਵਿੱਚ ਇਸ ਵੇਲੇ ਹੈਗੇ ਤੇ ਲੀਡਰਸ਼ਿਪ, ਅਸੀਂ ਉਹਨੂੰ ਬੇਨਤੀ ਕਰਦੇ ਹਾਂ, ਤੁਸੀਂ ਉਹਨਾਂ ਦਾ ਜਿਹੜੇ ਭਈ ਸਿੱਖ ਦੇ ਜਾਂ ਪੰਜਾਬੀ ਜਾਂ ਹਰਿਆਣਵੀ ਜਿਹੜੇ ਯੰਗ ਲੀਡਰ ਆ, ਜਿਹੜੇ ਭਈ ਇਸ ਵੇਲੇ ਸੰਘਰਸ਼ ਵਿੱਚ ਆ, ਉਹਨਾਂ ਨਾਲ ਤੁਸੀਂ ਮੀਟਿੰਗਾਂ ਕਰੋ, ਰੋਜ਼ ਕਰ ਲਓ ਇੱਕ ਵਾਰੀ ਅਪਡੇਟ ਕਰਨ ਲਈ ਕੀ ਹੋ ਰਿਹਾ ਕਿ ਨਹੀਂ ਹੋ ਰਿਹਾ। ਆ ਸਾਡਾ ਜਿਹੜਾ ਦੇਖ ਲਓ ਇੱਥੇ ਪਾਰਲੀਮੈਂਟ UK 'ਚ ਵੀ ਹੈਗਾ ਆ, ਜਿੱਥੇ ਵੀ 3-4 ਪਾਰਟੀਆਂ ਹੁੰਦੀਆਂ ਆ, 3-4 ਵੱਖ ਪਾਰਟੀਆਂ। ਪਰ ਜਦੋਂ ਵੀ ਕੋਈ ਕੰਮ ਆਉਂਦਾ, ਕਹਿ ਲਓ ਭਈ ਜਿਹੜਾ ਭਈ ਇਹਨਾਂ ਸਾਰਿਆਂ ਨੂੰ ਸਾਡੇ ਇੱਥੇ ਦੇਸ਼ ਨੂੰ ਅਫੈਕਟ ਹੁੰਦਾ, ਉਹ ਫਿਰ ਇਕੱਠੇ ਹੋ ਜਾਂਦੇ ਆ। ਹੁਣ ਤੁਸੀਂ ਇਕੱਠੇ ਹੋਏ ਹੋ ਆ, ਇੱਕ ਬਹੁਤ ਹੀ ਕਹਿ ਲਓ ਭਈ ਭਾਰਾ ਮਸਲਾ ਆ। ਤੁਸੀਂ ਜਿਹੜਾ ਭਈ ਇਸ ਵੇਲੇ ਦਿੱਲੀ ਨੂੰ ਤੁਰੇ ਹੋ ਆ, ਦਿੱਲੀ 'ਚ ਬੈਠੇ ਆ ਉਹ ਮਸਲੇ ਨੂੰ ਹੱਲ ਕਰਨ ਲਈ। ਪਰ ਜੇ ਤੁਸੀਂ ਆਪਸ ਵਿੱਚ ਦੁਨੀਆ ਨੂੰ ਦਿਖਾਲੀ ਕੋਈ ਕਮਜ਼ੋਰੀ ਜਾਂ ਵਿੱਚ ਫੁੱਟ ਪੈਣ ਲੱਗ ਪਈ, ਫਿਰ ਇਹ ਜਿਹੜਾ ਭਈ ਸਾਡੇ ਬਜ਼ੁਰਗ ਆ, ਬੀਬੀਆਂ, ਬੱਚੇ ਇੰਨੀ ਸਰਦੀ 'ਚ ਬੈਠੇ ਆ, ਉਹਨਾਂ ਉੱਪਰ ਇਹ ਬਹੁਤ ਫਰਕ ਪੈਂਦਾ, ਉਹਨਾਂ ਵਿੱਚ ਅਸਰ ਬਹੁਤ ਪੈਂਦਾ ਭਈ ਅਸੀਂ ਇੱਥੇ ਆਪਣੇ ਘਰ ਛੱਡ ਕੇ ਆਏ ਹਾਂ ਤੇ ਜਿਹੜੇ ਸਾਡੇ ਮੁਖੀ ਆ ਉਹ ਇੱਕ ਦੂਜੇ ਨਾਲ ਗੱਲ ਵੀ ਨਹੀਂ ਕਰ ਸਕਦੇ ਬਹਿ ਕੇ। ਸੋ ਇਸ ਵੇਲੇ ਸਭ ਕੁਝ ਚੜ੍ਹਦੀ ਕਲਾ ਆ, ਕੋਈ ਮੁਸ਼ਕਿਲ ਨਹੀਂ ਗੀ, ਕੋਈ ਪ੍ਰੋਬਲਮ ਨਹੀਂ ਗੀ, ਕੋਈ ਵੀ ਝਗੜਾ ਨਹੀਂ ਗਾ। ਸੋ ਮੇਰੀ ਇਹੀ ਸਲਾਹ ਆ ਭਈ ਤੁਸੀਂ ਰੋਜ਼ 1-2 ਮੀਟਿੰਗਾਂ ਕਰੋ, ਸਾਰੇ ਗਰੁੱਪਾਂ ਦੀਆਂ, ਸਾਰੇ ਲੀਡਰਸ਼ਿਪ ਦੀਆਂ ਅਪਡੇਟ ਕਰੋ ਇੱਕ ਦੂਜੇ ਦਾ ਭਈ ਕੀ ਕਰ ਰਿਹਾ, ਕੀ ਹੋ ਰਿਹਾ ਆ। ਤਾਂ ਜਿਹੜੀ ਸਰਕਾਰ ਨਾਲ ਤੁਸੀਂ ਨੈਗੋਸ਼ੀਏਟ ਕਰਨੀ ਆ, ਸਰਕਾਰ ਨਾਲ ਗੱਲਬਾਤ ਕਰਨੀ ਆ, ਉਹ ਵੀ ਫਿਰ ਇੱਕ ਦੂਜੇ ਨਾਲ ਸੋਚ ਵਿਚਾਰ ਕਰਕੇ ਕਰੋ ਤੁਸੀਂ ਮੋਹਰੇ, ਇਹ ਨਾ ਭਈ ਇਕੱਲਾ ਇੱਕ ਗਰੁੱਪ ਹੀ ਕਰੇ। ਅਸੀਂ ਵੀ ਹਾਜ਼ਰ ਹਾਂ ਜੇ ਸਾਡੀ ਕੋਈ ਵੀ ਕਦੇ ਲੋੜ ਹੈਗੀ ਆ, ਕਿਉਂਕਿ ਅਸੀਂ ਕਿਸੇ ਨਾਲ ਜੁੜੇ ਨਹੀਂ ਗਏ।
ਨਾ ਇੱਧਰ ਕਿਸਾਨ ਯੂਨੀਅਨ ਲੀਡਰਸ਼ਿਪ, ਨਾ ਯੂਥ ਲੀਡਰਸ਼ਿਪ, ਨਾ ਮੈਂ ਸਾਰਿਆਂ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ। ਅਸੀਂ ਜੇ ਮੋਦੀ ਸਾਹਿਬ ਵੀ ਸਾਨੂੰ ਕਹੇ ਵੀ ਗੱਲ ਕਰੋ ਆ ਕੇ ਕਿਸਾਨਾਂ ਦੀ, ਕਰ ਸਕਦੇ, ਕਿਉਂਕਿ ਇਹ ਜਿਹੜਾ ਧਰਨਾ ਹੈ, ਜਿਹੜਾ ਮਸਲਾ ਹੈ, ਇਹ ਸਭ ਤੋਂ ਵੱਡਾ ਆ। ਜਿਹੜੀ ਮਰਜ਼ੀ ਤੁਹਾਡੀ ਸੋਚ ਹੋਵੇ, ਜਿਹੜੇ ਕਿਸਾਨ ਲੀਡਰ ਹੋਣ ਜਾਂ ਯੂਥ ਲੀਡਰ ਹੋਣ, ਤੁਹਾਡੀ ਜਿਹੜੀ ਮਰਜ਼ੀ ਸੋਚ ਹੋਵੇ, ਲੈਫਟ ਹੋਵੇ, ਰਾਈਟ ਹੋਵੇ, ਸੈਂਟਰ ਹੋਵੇ, ਜਿੱਦਾਂ ਦੀ ਤੁਹਾਡੀ ਪੋਲੀਟੀਕਲ ਸੋਚ, ਪਰ ਇਸ ਵੇਲੇ ਤੁਹਾਡੀ ਇੱਕ ਹੀ ਸੋਚ ਹੋਣੀ ਚਾਹੀਦੀ ਆ, ਉਹ ਵੀ ਇਨਸਾਨੀਅਤ ਤੌਰ ਤੇ ਤੁਸੀਂ ਕਿਉਂ ਇੱਥੇ ਆਏ ਆ। ਇਹ ਜਿਹੜੀ ਸੋਚ ਆ, ਇਹ ਸੋਚ ਤੇ ਕਾਇਮ ਰੱਖਣਾ ਸਾਰਾ ਮੋਰਚਾ। ਜਿਹੜੇ ਤੁਹਾਡੀ ਆਪਣੀ ਹੈਗੀ ਆ, ਕਹ ਲਓ ਵੀ ਮੈਂ ਆਹ ਆ, ਉਹ ਜਾਤ ਪਾਤ ਆ ਗਈ ਵਿੱਚ, ਇਹ ਕੁਛ ਆ ਗਿਆ ਵਿੱਚ, ਫਿਰ ਵਿੱਚ ਪੰਗੇ ਬਹੁਤ ਪੈਂਦੇ ਆ। ਜਾਂ ਵੀ ਮੇਰੀ ਆਹ ਬਲੀਫ ਆ, ਮੈਂ ਆ ਨਹੀਂ ਮੰਨਦਾ, ਉਹ ਨਹੀਂ ਮੰਨਦੇ। ਇਹ ਜਿਹੜਾ ਮੋਰਚਾ ਆ, ਸੰਗਤ ਆਈਓ ਆ, ਸੰਗਤ ਪੰਜਾਬ ਤੋਂ, ਹਰਿਆਣੇ ਤੋਂ, ਦਿੱਲੀ ਤੋਂ, ਹਰ ਪੱਖ ਤੋਂ ਆਈਓ ਆ, ਹਰ ਧਰਮਾਂ ਤੋਂ ਆਈਓ ਆ, ਹਰ ਜਾਤ ਪਾਤ ਤੋਂ ਆਈਓ ਆ, ਹਰ ਪੋਲੀਟੀਕਲ ਪਾਰਟੀ ਤੋਂ ਆਈਓ ਆ। ਕਈ ਸੰਗਤ ਹੈਗੀ ਆ, ਕੋਈ ਬੀਜੇਪੀ ਨੂੰ ਵੋਟ ਪਾਊਗਾ, ਕੋਈ ਕਾਂਗਰਸ ਨੂੰ ਵੋਟ ਪਾਉਂਦਾ, ਕੋਈ ਅਕਾਲੀ ਦਲ ਨੂੰ ਵੋਟ ਪਾਉਂਦਾ, ਕੋਈ ਏਪੀ ਨੂੰ ਵੋਟ ਪਾਉਂਦਾ, ਪਰ ਇਸ ਵੇਲੇ ਉਹ ਕਿਸਾਨ ਆ। ਉਹ ਕਿਸਾਨ ਦੇ ਮੁਜ਼ਾਹਰੇ ਤੇ ਆਇਓ, ਆਪਣਾ ਟਾਈਮ ਕੱਢ ਕੇ, ਇੱਕ ਇਨਸਾਨੀਅਤ ਤੌਰ ਤੇ, ਭਈ ਉਹ ਕਿਸਾਨੀ ਤੌਰ ਤੇ ਆਏ ਆ, ਹੋਰ ਨਹੀਂ ਕੁਛ। ਤਾਂ ਜੇ ਤੁਸੀਂ ਇੱਕ ਦੂਜੇ ਨੂੰ ਯੂਨਿਟੀ ਦਿਖਾ ਲਓ ਸਾਰੀ ਦੁਨੀਆ ਨੂੰ, ਲੀਡਰਸ਼ਿਪ ਸਾਡੀ ਕਿਸਾਨ ਦੀ ਲੀਡਰਸ਼ਿਪ ਆ, ਸਤਿਕਾਰਯੋਗ ਲੀਡਰਸ਼ਿਪ। ਉੱਧਰੋਂ ਸਾਡੇ ਨੌਜਵਾਨ ਕਿੰਨੇ ਹੈਗੇ ਲੀਡਰ, ਨੌਜਵਾਨੀ ਦੇ ਜਿਹੜੇ ਪੰਜਾਬ ਦੀ ਨੌਜਵਾਨੀ ਇਸ ਵੇਲੇ ਉੱਥੇ ਬੈਠੀ ਆ ਦਿੱਲੀ, ਉਹਨਾਂ ਦੇ ਲੀਡਰਸ਼ਿਪ ਆ। ਇਹਨਾਂ ਨੂੰ ਤੁਹਾਨੂੰ ਸਾਰਿਆਂ ਨੂੰ ਇੱਕ ਮੂੰਹ ਦਿਖਾ ਦੇਣਾ ਪੈਣਾ ਦੁਨੀਆ ਨੂੰ, ਇਹ ਸਰਕਾਰ ਨੂੰ। ਤੇ ਜਦੋਂ ਤੁਸੀਂ ਹੁਣ ਨੈਗੋਸ਼ੀਏਟ ਕਰਦੇ ਆ, ਕਈ ਵਾਰੀ ਹੁੰਦਾ ਆ ਵੀ ਸਰਕਾਰ ਕਹਿੰਦੀ ਅਸੀਂ ਆਪਣਾ ਮਾਈਂਡ, ਅਸੀਂ ਕਾਨੂੰਨ ਨਹੀਂ ਬਦਲਣੇ, ਜੋ ਮਰਜ਼ੀ ਹੋ ਜਾਵੇ, ਪਰ ਤੁਸੀਂ ਕਹਿੰਦੇ ਵੀ ਕਾਨੂੰਨ ਬਦਲਣੇ ਪੈਣੇ ਆ, ਨਹੀਂ ਤਾਂ ਅਸੀਂ ਜਾਣਾ ਨਹੀਂ ਵਾਪਸ। ਸੋ ਇੱਕ ਤਰ੍ਹਾਂ ਇੱਕ ਗੱਲ ਅੜ ਜਾਂਦੀ। ਪਰ ਜੇ ਤੁਸੀਂ ਸਦਾ ਦੇਖੋ ਦੁਨੀਆ ਦੇ ਵਿੱਚ, ਜਦੋਂ ਇਦਾਂ ਦੇ ਕੋਈ ਮਸਲੇ ਆਉਂਦੇ ਆ, ਤੁਹਾਨੂੰ ਸਾਰਿਆਂ ਨੂੰ ਸੋਚਣਾ ਪੈਣਾ ਹੁਣ ਬੈਸਟ ਵੇ ਕੀ ਆ। ਉਹ ਇਕੱਲਾ ਕੋਈ ਨਹੀਂ ਸੋਚ ਸਕਦਾ। ਹੁਣ ਮੈਂ ਮੇਰੀ ਕਹਿ ਰਿਹਾ, ਮੈਂ ਜੇ ਕਿਸਾਨ ਯੂਨੀਅਨ ਕਹਿਣ ਲੱਗ ਪਏ ਵੀ ਚਲੋ ਆਹ ਗੱਲ ਬਣਨੀ, ਅਸੀਂ ਆਹ ਜਾ ਕਰਦੇ ਆ, ਦੂਜਿਆਂ ਤੋਂ ਪੁੱਛਣ ਤੋਂ ਬਗੈਰ, ਫਿਰ ਸਾਰੀ ਨੌਜਵਾਨ ਪੀੜ੍ਹੀ ਪਿੱਛੇ ਹਟ ਜਾਂਦੀ ਆ। ਜੇ ਨੌਜਵਾਨ ਲੀਡਰ ਮੋਹਰੇ ਜਾਂਦੇ ਇਕੱਲੇ, ਫਿਰ ਸਾਰੇ ਕਿਸਾਨ ਦੇ ਜਿਹੜੇ ਸਾਡੇ ਨਾਲ ਜੁੜੇ ਉਹ ਪਿੱਛੇ ਹਟ ਜਾਂਦੇ ਆ, ਫਿਰ ਮਸਲਾ ਬਹੁਤ ਖਰਾਬ ਹੁੰਦਾ। ਸੋ ਅਸੀਂ ਸਾਰੇ ਇਕਜੁੱਟ ਰਹਿਣਾ, ਇਕੱਠ ਹੋਵੇ, ਇੱਕ ਦੂਜੇ ਨੂੰ ਮਿਲੋ। ਜਿਹੜੇ ਸਿਆਣੇ ਸਾਡੇ ਦੋਨੇ ਸਾਡੇ ਲੀਡਰਸ਼ਿਪ, ਸਿਆਣੀ ਲੀਡਰਸ਼ਿਪ ਆ, ਉਹਨੂੰ ਇਹ ਬੇਨਤੀ ਆ ਭਈ ਤੁਸੀਂ ਇਹ ਜ਼ਰੂਰ ਐਫਰਟ ਕਰੋ, ਕਿਉਂਕਿ ਜੇ ਤੁਸੀਂ ਸਰਕਾਰਾਂ ਨਾਲ ਗੱਲਾਂ ਕਰਨੀਆਂ, ਸਰਕਾਰਾਂ ਦੀ ਦਿਮਾਗ ਬਹੁਤ ਤੇਜ਼ ਆ, ਉਹਨਾਂ ਕੋਲ ਐਡਵਾਈਜ਼ਰ ਬਹੁਤ ਤੇਜ਼ ਆ, ਉਹਨਾਂ ਕੋਲ ਜਿਹੜੇ ਬੰਦਿਆਂ ਨੂੰ ਸਲਾਹ ਦੇਣ ਵਾਲੇ ਹੁੰਦੇ ਜਿਹੜੇ ਬਹੁਤ ਤੇਜ਼ ਰੱਖੇ ਹੋ ਆ, ਪੜ੍ਹੇ ਲਿਖੇ ਤੇਜ਼। ਸਾਡੇ ਮੁੰਡੇ ਜਿਹੜੇ ਪੜ੍ਹੇ ਲਿਖੇ ਆ ਇੱਕ ਪਾਸੇ ਆ, ਦੂਜੇ ਪਾਸੇ ਉਹ ਸਰਕਾਰ ਦੇ ਆ, ਪਰ ਸਰਕਾਰ ਦੇ ਵਿੱਚ ਉਹਨਾਂ ਨੇ ਬੰਦੇ ਪਤਾ ਨਹੀਂ ਕਿੱਥੋਂ ਲਿਆ ਕੇ ਆਉਗੇ ਭਈ ਤੁਹਾਡੇ ਨਾਲ ਗੱਲ ਕਰਨ ਨੂੰ, ਭਈ ਅਸੀਂ ਦੇਖੋ ਇਹ ਗੱਲ ਹੱਲ ਨਹੀਂ ਹੋਣ ਦੇਣੀ ਮਸਲਾ, ਤੁਸੀਂ ਇੱਕ ਆਪਣੇ ਵੱਲੋਂ ਜਵਾਬ ਦੇਣਾ ਭਈ ਮਸਲਾ ਹੱਲ ਹੋਣਾ ਹੀ ਆ। ਪਰ ਉਹ ਜਵਾਬ ਕਿੱਦਾਂ ਦੇਵਾਂਗੇ? ਉਹ ਜਵਾਬ ਤੁਸੀਂ ਸੋਚ ਕੇ ਦੇਣਾ। ਜੋ ਸਾਡਾ 20-21 ਸਾਲ ਦਾ ਤਜਰਬਾ ਬਾਹਰ ਦੁਨੀਆ ਵਿੱਚ ਆ, ਬਹੁਤ ਤਰ੍ਹਾਂ ਦੀਆਂ ਇੱਦਾਂ ਚੀਜ਼ਾਂ ਦੇਖੀਆਂ, ਹਰ ਤਰ੍ਹਾਂ ਦੇ ਮੁਜ਼ਾਹਰੇ ਦੇਖੇ, ਧਰਨੇ ਦੇਖੇ, ਪਰ ਜਿਹੜੀ ਹੋਸ਼ ਆ ਉਹ ਫਿਰ ਤੁਹਾਨੂੰ ਇਕੱਠੇ ਸੋਚਣਾ ਪੈਣਾ। ਇਹ ਨਾ ਸਮਝਿਓ ਭਈ ਅਸੀਂ ਇਕੱਲਾ ਇੱਕ ਗਰੁੱਪ ਆਪਣਾ ਦਿਮਾਗ ਯੂਜ਼ ਕਰਕੇ, ਇੱਕ ਆਈਡੀਆ ਕਰਕੇ ਗੌਰਮੈਂਟ ਨਾਲ ਗੱਲ ਕਰ ਲਈਏ ਤੇ ਦੂਜੇ ਨੂੰ ਰਹਿਣ ਦੀਏ ਪਿੱਛੇ। ਸਾਰੇ ਹੀ ਆਪਣਾ ਕੰਮ ਛੱਡ ਕੇ, ਕੰਮ ਕਾਰੋਬਾਰ ਛੱਡ ਕੇ ਤੁਹਾਡੇ ਵੱਲ ਆਇਓ ਆ। ਸਾਰਿਆਂ ਦੀ ਇੱਜ਼ਤ ਕਰਨੀ, ਰਿਸਪੈਕਟ ਕਰਨੀ। ਹਰ ਇੱਕ ਲੀਡਰ ਜਿਹੜਾ ਇਸ ਵੇਲੇ ਆਪਣੇ ਘਰ ਛੱਡ ਕੇ ਉੱਥੇ ਬੈਠਾ ਟਰਾਲੀਆਂ ਦੇ ਵਿੱਚ ਜਾਂ ਧਰਨੇ ਵਿੱਚ, ਯੂਥ ਲੀਡਰਸ਼ਿਪ ਹੋਵੇ, ਕਿਸਾਨ ਲੀਡਰਸ਼ਿਪ ਹੋਵੇ, ਅਸੀਂ ਉਹਦਾ ਸਤਿਕਾਰ ਕਰਦੇ ਹਾਂ, ਕਿਉਂਕਿ ਤੁਸੀਂ ਦੇਖੋ ਕਿੰਨੇ ਔਖੇ ਸਮੇਂ 'ਚ ਬੈਠੇ ਆ ਠੰਡ ਦੇ ਵਿੱਚ। ਪਰ ਇਕੱਲੇ ਨਾ ਬੈਠੋ। ਜਦੋਂ ਮਰਜੀ ਇਹ ਹਵਾ ਵਗਣ ਲੱਗ ਪੈਂਦੀ ਆ ਪਈ, ਇਹ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ, ਫਿਰ ਕੰਮ ਮੜ ਜ਼ਿਆਦਾ ਖਰਾਬ ਹੋ ਜਾਂਦਾ। ਜਿਹੜੀ ਸੰਗਤ ਆ ਉਹਨਾਂ ਦਾ ਦਿਲ ਟੁੱਟ ਜਾਂਦਾ ਭਈ ਇੰਨੀ ਦੂਰ ਅਸੀਂ ਆਏ ਆ, ਇੰਨੇ ਧੱਕੇ ਖਾਦੇ ਆ, ਭਈ ਸਾਡੀ ਜਿਹੜੇ ਮੁਖੀ ਨਹੀਂ ਇੱਕ ਦੂਜੇ ਨਾਲ ਬਹਿ ਸਕਦੇ। ਸਾਡੀ ਇਹ ਬਿਮਾਰੀ ਆ ਪੰਜਾਬੀਆਂ ਦੀ, ਸਪੈਸ਼ਲੀ ਪੰਜਾਬੀਆਂ ਦੀ, ਬਾਕੀ ਵੀ ਹੈਗੀ ਆ, ਪਰ ਸਾਨੂੰ ਇੱਕਦਮ ਬੁਖਾਰ ਚੜ ਜਾਂਦਾ ਇੱਕ ਦੂਜੇ ਨਾਲ ਕੰਮ ਕਰਨ ਨੂੰ। ਅਸੀਂ ਦੇਖਿਆ 21 ਸਾਲ ਦੇ ਵਿੱਚ
21 ਸਾਲ ਦੇ ਵਿੱਚ ਜਿਹੜੀਆਂ ਸਾਡੇ ਛੁਰੀਆਂ ਪਈਆਂ ਸਾਡੇ ਪਿੱਠ ਦੇ ਵਿੱਚ, ਛੁਰੀਆਂ ਸਾਡੇ ਆਪਣੇ ਨੇ ਮਾਰੀਆਂ, ਬਾਹਰਲੇ ਨੇ ਘੱਟ ਹੀ ਮਾਰੀਆਂ, ਭਲਾ ਆਪਣੇ ਨੇ ਮਾਰੀਆਂ। ਇਹ ਰਿਵਾਜ ਬਣ ਗਿਆ। ਇਹ ਰਿਵਾਜ ਤੋੜੋ। ਪਰ ਜੇ ਤੁਸੀਂ, ਮੈਂ ਇਹ ਵੀ ਤੁਹਾਨੂੰ ਕਹਿਣਾ ਆ ਆਪਣੇ ਵੱਲੋਂ, ਮੇਰਾ ਜਿਹੜਾ ਐਕਸਪੀਰੀਅੰਸ ਆ, ਜਿਹੜਾ ਵੀ ਗਰੁੱਪ ਜਾਂ ਯੂਥ ਲੀਡਰਸ਼ਿਪ ਹੋਵੇ ਜਾਂ ਕਿਸਾਨ ਲੀਡਰਸ਼ਿਪ ਹੋਵੇ, ਜਿਹੜਾ ਵੀ ਗਰੁੱਪ, ਜਿਹੜੇ ਵੀ ਸੰਗਤ ਬੈਠੀ ਆ ਕਰੋੜਾਂ ਤੋਂ ਲਾ ਕੇ ਲੱਖਾਂ ਲਾ ਕੇ, ਉਹਨਾਂ ਦੇ ਖਿਲਾਫ ਜਾ ਕੇ ਕੋਈ ਗੱਲ ਕਰੂਗੇ ਜਾਂ ਉਹਨਾਂ ਦੇ ਸਹਿਮਤ ਦੇ ਬਗੈਰ ਕੋਈ ਗੱਲ ਕਰੂਗੇ ਭਈ ਇਹਦਾ ਹੱਲ ਛੇਤੀ ਕੱਢ ਦਈਏ, ਘਰ ਚਲ ਜਾਈਏ, ਇਹ ਬਹੁਤ ਵੱਡਾ ਗਲਤੀ, ਬਹੁਤ ਵੱਡੀ ਗਲਤੀ ਹੋਊਗੀ, ਬਹੁਤ ਮਿਸਟੇਕ ਹੋਊਗਾ। ਸੋ ਤੁਸੀਂ ਸਾਰਿਆਂ ਨੇ ਸੋਚ ਸਮਝ ਕੇ ਕਦਮ ਚੱਕਣਾ, ਕਿਉਂਕਿ ਕਈ ਵਾਰੀ ਕਿਸ ਨੇ ਕਦਮ ਚੱਕ ਲਿਆ ਨਾ ਇੱਕ, ਤਾਂ ਜਿਹੜਾ ਵੀ ਕਹਿ ਲਓ ਵੀ ਲੱਗਾ ਪਈ ਕਹਿਣਾ ਵੀ ਬੰਦੇ ਵਿਕ ਗਏ ਆ, ਫਿਰ ਇਲਜ਼ਾਮ ਸਾਰੀ ਜ਼ਿੰਦਗੀ ਨਹੀਂ ਲਿਖਦੇ। ਤੁਸੀਂ ਆਪਣੀ ਇਤਿਹਾਸ ਦੇਖ ਲਓ, ਜਿਹੜੇ ਬੰਦਿਆਂ ਨੇ ਸਾਡੀ ਕੌਮ ਉੱਪਰ ਜਾਂ ਇੱਦਾਂ ਦੇ ਕਿਸਾਨਾਂ ਉੱਪਰ ਜਾਂ ਕਹਿ ਲਓ ਸਾਡੇ ਭਾਈ ਪੰਜਾਬ ਦੇ ਉੱਪਰ ਇੰਨੀ ਗਦਾਰੀ ਕੀਤੀ ਆ, ਉਹ ਅੱਜ ਤੱਕ ਨਹੀਂ ਕਦੀ ਭੁੱਲਦੇ। ਉਹ ਸਾਰੇ ਸਦਾ ਹੀ 5 6 10 ਜਿੰਨੀਆਂ ਮਰਜ਼ੀਆਂ ਪੀੜ੍ਹੀਆਂ ਹੋਣ, ਉਹ ਕੋਈ ਭੁੱਲਦਾ ਨਹੀਂ ਗਾ। ਸੋ ਜੇ ਕੋਈ ਵੀ ਸਲਾਹ ਲੈਣੀ ਕਿਸੇ ਕੋਲੋਂ, ਕਿੰਨੀ ਸੰਗਤ ਹਾਜ਼ਰ ਆ, ਅਸੀਂ ਇੱਧਰ ਹਾਜ਼ਰ, ਹੋਰ ਵੀ ਸੰਗਤ ਹਾਜ਼ਰ ਆ। ਜੇ ਕਹਿੰਦੇ ਪਈ ਹੁਣ ਕਿੱਦਾਂ ਕਰੀਏ ਪਈ ਸੰਗਤ, ਉਧਰ ਜਿਹੜੀ ਗੌਰਮੈਂਟ ਤਾਂ ਮੰਨਦੀ ਨਹੀਂ ਗਈ, ਹੁਣ ਅਸੀਂ ਕੀ ਕਰ ਸਕਦੇ ਹਾਂ ਅਗਲਾ ਪਲਾਨ, ਉਹ ਵੀ ਬਹਿ ਕੇ ਗੱਲ ਕਰ ਲਓ। ਪਰ ਇਕੱਠੇ ਬੈਠੋ, ਇਕੱਠੇ ਬੈਠ ਕੇ ਵਿਚਾਰ ਕਰੋ, ਇਕੱਲੇ ਨਾ ਕੋਈ ਵਿਚਾਰ ਕਰੋ। ਸੋ ਸਾਨੂੰ ਲੀਡਰਸ਼ਿਪ ਪਰ ਬਹੁਤ ਭਰੋਸਾ ਆ। ਸਾਨੂੰ ਜਿਹੜੀ ਪਈ ਯੂਥ ਲੀਡਰਸ਼ਿਪ ਆ, ਕਿਸਾਨ ਲੀਡਰਸ਼ਿਪ ਆ, ਜੋ ਤੁਸੀਂ ਕੀਤਾ ਅਸੀਂ ਨਹੀਂ ਕਰ ਸਕਦੇ, ਪਰ ਅੱਜ ਤੁਸੀਂ ਇੱਕ ਇਤਿਹਾਸ ਬਣਾ ਰਹੇ ਆ ਭਾਈ। ਅਗਲੇ 50 ਸਾਲ, ਅੱਜ ਤੋਂ ਲਾ ਕੇ 25-50 ਸਾਲ ਮਗਰੋਂ ਗੱਲਾਂ ਕਿਹੜੀਆਂ ਹੋ ਗਈਆਂ, ਕਿਹਨੇ ਕੀ ਕੀਤਾ, ਕਿਹਨੇ ਭਈ ਉਹ ਜਿਹੜੀ ਸੰਗਤ ਆਈ ਆ ਉਹਨਾਂ ਦੇ ਦਿਲ ਤੋੜੇ ਆ, ਕਿਹਨੇ ਸਾਨੂੰ ਵੇਚਿਆ, ਉਹ ਨਹੀਂ ਗੱਲਾਂ ਭੁੱਲਣੀਆਂ। ਇਹ ਗੱਲਾਂ ਹੋਣੀਆਂ ਵੀ ਚਾਹੀਦੀਆਂ, ਕਿਉਂਕਿ ਗੌਰਮੈਂਟ ਦੀ ਗੇਮ ਇਹ ਹੋਣੀ ਆ ਭਈ ਇਹਨਾਂ ਨੂੰ ਜਿੰਨਾ ਚਿਰ ਇੱਥੇ ਬੈਠੇ ਰਹਿਣ ਠੀਕ ਆ, ਆਪਸ ਵਿੱਚ ਲੜੀ ਜਾਓਗੇ, ਲੜਾਈਆਂ ਵੱਧ ਜਾਣੀਆਂ ਤੇ ਸਾਨੂੰ ਕੋਈ ਲੋੜ ਨਹੀਂ ਪੈਣੀ। ਸੋ ਜਿਹੜਾ ਇਸ ਵੇਲੇ ਚੱਲ ਰਿਹਾ ਸਾਰਾ ਪਿਆਰ ਦਾ ਅਖੰਡ ਬਹੁਤ ਵਧੀਆ। ਤਾਂ ਮੇਰੀ ਇਹੀ ਸੁਝਾਅ ਹੈ, ਮੇਰੀ ਇਹੀ ਸਲਾਹ ਆ ਵੀ ਇੱਕ ਦੂਜੇ ਨਾਲ ਮੀਟਿੰਗਾਂ ਕਰੋ, ਰੋਜ਼ ਹੀ ਮੀਟਿੰਗਾਂ ਕਰੋ। ਇੱਕ ਵਾਰੀ 15-20 ਮਿੰਟ ਹੋ ਗਏ, ਅੱਧਾ ਘੰਟਾ ਹੋ ਗਿਆ, ਉਹਦੀ ਅਪਡੇਟ ਲਵੋ। ਜੇ ਕਿਸੇ ਦੀ ਕੋਈ ਮੁਸ਼ਕਿਲ ਆ, ਕਹ ਲਓ ਕੋਈ ਦਿਲ ਦੇ ਵਿੱਚ ਕੋਈ ਗੱਲ ਆ, ਉਹ ਵੀ ਕੱਢ ਲੈਂਦੇ ਉਸ ਵੇਲੇ ਨੇ ਭਈ ਇਹ ਗੱਲ ਉੱਥੇ ਰਵੇ, ਤਾਂ ਉਹ ਫਿਰ ਗੱਲ ਇੱਕ ਨਿੱਕੀ ਜਿਹੀ ਚੀਜ਼ ਵੱਡੀ ਚੀਜ਼ ਬਣ ਜਾਵੇ ਤਾਂ ਸਾਰਾ ਮੋਰਚਾ ਹੀ ਜਾਂ ਸਾਰਾ ਸੰਘਰਸ਼ ਹੀ ਇਹਦੇ ਵਿੱਚ ਖਰਾਬ ਹੋ ਜਾਵੇ। ਸੋ ਸਪੈਸ਼ਲੀ ਮੇਰੀ ਇਹ ਬੇਨਤੀ ਹੈਗੀ ਆ, ਜਿਹੜੇ ਕਿਸਾਨ ਲੀਡਰਸ਼ਿਪ ਸਿਆਣੇ ਵਿੱਚ ਸਿੰਘ ਆ ਤੇ ਜਿਹੜੀ ਲੀਡਰਸ਼ਿਪ ਆ, ਸੋ ਤੁਸੀਂ ਬਹੁਤ ਸਿਆਣੇ ਆ, ਤੁਹਾਡਾ ਐਕਸਪੀਰੀਅੰਸ ਹੈਗਾ ਆ ਇਹਦੇ ਵਿੱਚ। ਉਹੀ ਮੈਂ ਕਹਿੰਦਾ, ਤੁਹਾਡੀ ਕੋਈ ਆਈਡੀਓਲੋਜੀ ਹੋਵੇ, ਕੋਈ ਬੰਦਾ ਕਹਿੰਦਾ ਕਾਮਰੇਡ ਹੋਵੇ, ਕੋਈ ਖਾਲਸਾ ਹੋਵੇ, ਕੋਈ ਹਿੰਦੂ ਹੋਵੇ, ਕੋਈ ਈਸਾਈ ਹੋਵੇ, ਇਹ ਤੁਹਾਡੀਆਂ ਆਪਣੀਆਂ ਆਈਡੀਓਲੋਜੀ ਪਰਸਨਲ ਆ, ਇੱਕ ਇਸ ਵੇਲੇ ਨਹੀਂ ਕਿਸੇ ਕੰਮ ਲਈ। ਇਸ ਵੇਲੇ ਤੁਹਾਡੀ ਇੱਕ ਆਈਡੀਓਲੋਜੀ ਆ, ਉਹ ਫਿਰ ਇਨਸਾਫ ਕਿੱਦਾਂ ਲੈਣਾ ਕਿਸਾਨਾਂ ਲਈ ਇਕੱਠਿਆਂ ਨੇ। ਕਿਉਂਕਿ ਕਈ ਵਾਰ ਇੱਦਾਂ ਲੱਗਦਾ ਵੀ ਅਸੀਂ ਹੁਣ ਨੈਕਸਟ ਸਟੈਪ, ਅਗਲਾ ਕਦਮ ਕਿੱਦਾਂ ਚੱਕੀਏ। ਸੋ ਕਾਫੀ ਸਮਾਂ ਨਿਕਲ ਗਿਆ, ਕਾਫੀ ਔਖਾ ਸਮਾਂ ਵੀ ਦੇਖਿਆ ਤੁਸੀਂ, ਪਰ ਇਹ ਜਿਹੜਾ ਤੁਹਾਡਾ ਇਕੱਠ ਹੋਣਾ ਇਸ ਵੇਲੇ ਤੁਹਾਡਾ ਆਪਣਾ ਸਾਰੇ ਲੀਡਰਸ਼ਿਪ ਦਾ ਨੰਬਰ 1 ਪ੍ਰਾਇੋਰਟੀ ਆ। ਇਹ ਸਾਰਿਆਂ ਨੂੰ ਬਹੁਤ ਹੀ ਜ਼ਰੂਰੀ ਆ ਵੀ ਇਕੱਠ ਰਹੇ। ਸੋ ਸਾਡੇ ਵੱਲੋਂ ਅਸੀਂ ਤੁਹਾਨੂੰ ਇਹ ਨਹੀਂ ਕਹਿ ਰਹੇ ਤੁਸੀਂ ਆਹ ਕਰੋ ਜਾਂ ਉਹ ਕਰੋ, ਅਗਲਾ ਕਦਮ ਆਹ ਚੱਕੋ ਨਾ ਚੱਕੋ। ਕਈ ਚੀਜ਼ਾਂ ਹੈਗੀਆਂ ਜਿਹੜੀਆਂ ਗੌਰਮੈਂਟ ਵੀ ਤੁਹਾਡੇ ਨਾਲ ਡਿਸਕਸ ਕਰਨੀਆਂ ਚਾਹੁੰਦੀਆਂ, ਨੈਗੋਸ਼ੀਏਟ ਕਰਨੀਆਂ ਚਾਹੁੰਦੀਆਂ। ਕੋਈ ਗੱਲਾਂ ਹੈਗੀਆਂ ਤੁਸੀਂ ਵੀ ਗੌਰਮੈਂਟ ਨਾਲ ਬਹਿ ਕੇ ਸਾਂਝੀਆਂ ਕਰਨੀਆਂ ਚਾਹੁੰਦੇ ਗੱਲਾਂ, ਭਈ ਚਲੋ ਹੁਣ ਆਹ ਤਾਂ ਗੱਲ ਆ ਗਈ ਆ, ਹੁਣ ਅਸੀਂ ਕਿੱਧਰ ਨੂੰ ਜਾਣਾ, ਕਿਹੜਾ ਕਦਮ ਚੱਕਣਾ, ਉਹ ਤੁਸੀਂ ਸੋਚ ਕੇ ਗੌਰਮੈਂਟ ਨੂੰ ਦੱਸਣਾ। ਤੇ ਗੌਰਮੈਂਟ ਕਹਿ ਸਕਦੀ ਆ ਇਹਨਾਂ ਦਾ ਇਕੱਠ ਆ ਤੇ ਅਸੀਂ ਆਹ ਨਹੀਂ ਕਰ ਸਕਦੇ, ਪਰ ਇਹ ਕਰ ਸਕਦੇ ਹਾਂ। ਸੋ ਕਈ ਵਾਰੀ ਸਾਨੂੰ ਸੋਚਣਾ ਪੈਣਾ ਭਈ ਇੱਕ ਕਦਮ ਚੱਕਿਆ ਅਸੀਂ ਜਿਹੜਾ ਭਈ
ਉਹ ਕਦਮ ਅਸੀਂ ਕਿੱਦਾਂ ਸਫਲ ਕਰਨਾ। ਪਰ ਸਾਰਿਆਂ ਨੇ ਸੋਚ ਕੇ ਇਹ ਨਾ ਹੋਵੇ ਕੋਈ ਪਿੱਛੇ ਰਹਿ ਜਾਵੇ ਤਾਂ ਮਗਰੋਂ ਪਛਤਾਵਾ ਆਵੇ ਭਈ ਮੈਂ ਤਾਂ ਨਹੀਂ ਸੀਗਾ ਨਾਲ, ਇਹਨਾਂ ਨੇ ਜਾ ਕੇ ਗੌਰਮੈਂਟ ਨਾਲ ਸਲਾਹ ਕੀਤੀ ਆ, ਮੈਂ ਤਾਂ ਨਾਲ ਹੀ ਨਹੀਂ ਸੀਗਾ, ਮੈਨੂੰ ਤਾਂ ਨਾਲ ਲੈ ਕੇ ਨਹੀਂ ਗਏ। ਜੇ ਨਹੀਂ ਵੀ ਨਾਲ ਲੈ ਕੇ ਜਾਣਾ, ਜੇ ਤੁਸੀਂ 5 ਬੰਦਿਆਂ ਨੇ ਗੌਰਮੈਂਟ ਨੂੰ ਮਿਲਣਾ, ਤੁਹਾਡੇ 7-8 ਲੀਡਰਸ਼ਿਪ ਆ, ਸਾਰੇ 7-8 ਬਹਿ ਕੇ ਸਲਾਹ ਕਰੋ ਕਿ ਕਿਹੜੇ 5 ਜਾਓਗੇ, ਕਿਹੜੀ ਸਲਾਹ ਲੈ ਕੇ ਜਾਓਗੇ ਤੁਸੀਂ, ਕਿਹੜੀਆਂ ਹੁਣ ਤੁਸੀਂ ਵੀ ਕਹਿੰਦੇ ਭਈ ਤੁਸੀਂ ਚਾਹੁੰਦੇ ਭਈ ਜਿਹੜਾ ਸਾਰਾ ਕਾਨੂੰਨ ਇਹ ਮੁੜ ਕੇ ਵਾਪਸ ਲੈ ਲੈਣ। ਗੌਰਮੈਂਟ ਕਹਿੰਦੀ ਅਸੀਂ ਕਾਨੂੰਨ ਨਹੀਂ ਲੈਣਾ, ਗੱਲ ਉੱਥੇ ਅੜ ਗਈ। ਹੁਣ ਹੱਲ ਵੀ ਹੈਗੇ ਇਹਨਾਂ ਦੇ ਬਹੁਤ, ਤੁਹਾਡੇ ਕੋਲ ਜ਼ੋਰ ਵੀ ਬਹੁਤ ਆ, ਕਿਉਂਕਿ ਸੰਗਤ ਤੁਹਾਡੇ ਨਾਲ, ਸਾਰਾ ਪੰਜਾਬ ਦੁਨੀਆ ਤੁਹਾਡੇ ਨਾਲ ਆ। ਜਦੋਂ ਦੁਨੀਆ ਪਿੱਛੇ ਹੋਣ ਲੱਗ ਪਈ ਫਿਰ ਤੁਹਾਡਾ ਜ਼ੋਰ ਖਤਮ। ਦੁਨੀਆ ਓਨੇ ਤੱਕ ਹੀ ਤੁਹਾਡੇ ਨਾਲ ਆ ਜਦ ਤੱਕ ਤੁਹਾਡਾ ਇਕੱਠ ਆ ਇਕੱਠਿਆਂ ਦਾ। ਜਦੋਂ ਤੁਹਾਡਾ ਇਕੱਠ ਟੁੱਟਣ ਲੱਗ ਪਿਆ, ਦੁਨੀਆ ਟੁੱਟਣ ਲੱਗ ਪੈਣੀ ਤੁਹਾਡੇ ਨਾਲੋਂ। ਇਹ ਸੱਚਾਈ ਆ। ਸੋ ਇੱਕ ਬਹੁਤ ਮੇਰੀ ਇਹ ਵੱਡੀ ਬੇਨਤੀ ਆ, ਤੁਸੀਂ ਇਕੱਠ ਰੱਖੋ। ਜੇ ਤੁਹਾਡੇ ਨਾਲ ਕੋਈ ਰੁੱਸਿਆ ਆ, ਕੋਈ ਲੀਡਰਸ਼ਿਪ, ਯੂਥ ਲੀਡਰਸ਼ਿਪ ਹੋਵੇ, ਕਿਸਾਨ ਲੀਡਰਸ਼ਿਪ ਹੋਵੇ, ਜੇ ਕੋਈ ਵੀ ਤੁਹਾਡੇ ਕੋਈ ਮਸਲੇ ਆ, ਜੇ ਤੁਸੀਂ ਸਾਡੇ ਬਾਰੇ ਗੱਲ ਕਰਨੀ ਚਾਹੁੰਦੇ ਇਕੱਠੇ ਹੋ ਕੇ, ਅਸੀਂ ਤੁਹਾਡੇ ਨਾਲ ਤਿਆਰ ਗੱਲ ਕਰਨ ਨੂੰ, ਕਿਉਂਕਿ ਅਸੀਂ ਤੁਹਾਨੂੰ ਕੋਈ ਸਲਾਹ ਨਹੀਂ ਦਿੰਦੇ ਇੱਦਾਂ ਕੀ ਗੱਲ ਕਰੋ ਜਾ ਕੇ ਗੌਰਮੈਂਟ ਨਾਲ। ਇਸ ਵੇਲੇ ਇਹ ਕਹਿ ਰਹੇ ਹਾਂ ਆਪਣਾ ਇਕੱਠ ਰੱਖੋ। ਸਾਡੇ ਕੋਲ ਆਈਡੀਆ ਹੈਗੇ ਆ ਵੀ ਹੁਣ ਕੀ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਪਰ ਅਸੀਂ ਨਹੀਂ ਠੰਡ 'ਚ ਬੈਠੇ। ਅਸੀਂ ਨਹੀਂ ਉੱਥੇ ਜਾ ਕੇ ਠੰਡੇ ਪਾਣੀ ਦੀਆਂ ਤੋਪਾਂ ਸਾਡੇ ਉੱਪਰ ਪਾਣੀ ਪਾਇਆ ਗਿਆ। ਤੁਸੀਂ ਮੋਹਰੇ ਹੋ ਕੇ ਸਾਰਾ ਕੁਝ ਸੰਭਾਲ ਰਹੇ ਆ, ਤੁਹਾਨੂੰ ਪਤਾ ਤੁਸੀਂ ਸਿਆਣੇ ਆ। ਜੇ ਸਾਡੀ ਸਲਾਹ ਦੀ ਲੋੜ ਹੈ ਅਸੀਂ ਹਰ ਵਾਰੀ ਹਾਜ਼ਰ ਹਾਂ, ਪਰ ਜੇ ਸਾਨੂੰ ਬਾਹਰ ਬੈਠਿਆਂ ਲੱਗਾ ਪਤਾ ਪਈ 1-2 ਦਿਨ ਵਿੱਚ, ਹਫ਼ਤੇ ਵਿੱਚ ਇਹਨਾਂ ਦੀ ਇਕੱਠ ਨਹੀਂ ਇਹਨਾਂ ਦਾ, ਫਿਰ ਬਹੁਤ ਹੀ ਸਾਡੇ ਸਾਰਿਆਂ ਦਾ ਦਿਲ ਟੁੱਟੂਗਾ। ਕਿਉਂਕਿ ਇੰਨਾ ਕੁਝ ਹੋ ਕੇ ਵੀ ਅਸੀਂ ਉਹ ਪੰਜਾਬੀਆਂ ਦੀ ਆਦਤ ਰੱਖੀ ਆ ਵੀ ਇੱਕ ਦੂਜੇ ਨਾਲ ਬਹਿਣਾ ਨਹੀਂਗਾ। ਅਸੀਂ ਸਾਰਿਆਂ ਨਾਲ ਬਹਿਣ ਨੂੰ ਤਿਆਰ ਆ, ਕਿਉਂਕਿ ਇਹ ਮਸਲਾ ਸਭ ਤੋਂ ਵੱਡਾ ਆ। ਇਹ ਮਸਲਾ ਮੇਰਾ ਨਹੀਂਗਾ ਨਾ ਤੁਹਾਡਾ ਆ, ਇਹ ਤਾਂ ਹੁਣ ਇੱਕ ਬਹੁਤ ਵੱਡਾ ਦੁਨੀਆ 'ਚ ਕਹਿ ਲਓ ਇਨਸਾਨੀਅਤ ਦਾ ਮਸਲਾ ਹੋ ਗਿਆ, ਜਿੱਥੇ ਬਹੁਤ ਹੀ ਲੋੜ ਆ ਤੁਹਾਡੀ ਲੀਡਰਸ਼ਿਪ ਲੋੜ ਆ, ਅਤੇ ਤੁਹਾਡੀ ਜਿਹੜੇ ਕਈ ਤੁਸੀਂ ਸਿਆਣੇ ਕਰਕੇ ਤੁਹਾਡਾ ਐਕਸਪੀਰੀਅੰਸ ਤਜਰਬਾ ਉਹਦੀ ਲੋੜ ਆ। ਪਰ ਇੱਕ ਮੁੱਠ ਰਹਿਣਾ। ਹੁਣ ਤੁਸੀਂ ਇਹ ਨਹੀਂ ਦਿਖਾ ਦੇਣਾ ਸਾਨੂੰ ਸਾਰਿਆਂ ਨੂੰ ਵੀ ਤੁਸੀਂ ਇੱਕ ਦੂਜੇ ਨਾਲ ਗੱਲ ਨਹੀਂ ਕਰ ਸਕਦੇ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਦਾ, ਤੁਸੀਂ ਇੱਕ ਮੀਟਿੰਗ ਰੱਖੋ, ਅਤੇ ਜੇ ਔਨਲਾਈਨ ਮੀਟਿੰਗ ਵਿੱਚ ਸਾਨੂੰ ਵੀ ਰੱਖਣਾ ਹੋਵੇ, ਅਸੀਂ ਤੁਹਾਨੂੰ ਸਲਾਹ ਨਹੀਂ ਦੇਵਾਂਗੇ ਕੀ ਕਰਨਾ, ਅਸੀਂ ਸੁਣਾਂਗੇ ਹੀ ਦੋਨੇ ਸਾਈਡ ਦੀਆਂ। ਸੁਣ ਕੇ ਤੁਹਾਨੂੰ ਅਸੀਂ ਕਹਿ ਦੇਵਾਂਗੇ ਕੀ ਹੱਲ ਹੋ ਸਕਦਾ, ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਤੁਸੀਂ ਇਕੱਲੇ ਹੋ। ਸੋ ਜਿਹੜਾ ਵੀ ਮੋਹਰੇ ਲੀਡਰਸ਼ਿਪ ਆ ਸਤਿਕਾਰਯੋਗ ਆ, ਜਿਹੜੇ ਵੀ ਉੱਥੇ ਬੈਠੇ ਸੰਗਤ ਬੈਠੀ ਉਹ ਸਤਿਕਾਰਯੋਗ। ਸਾਡਾ ਤੁਹਾਡੇ ਨਾਲ ਬਹੁਤ ਪਿਆਰ ਆ ਵੀ ਤੁਸੀਂ ਦੇਖੋ ਕਿੰਨਾ ਕੁਝ ਕਰ ਰਹੇ ਆ, ਅਸੀਂ ਨਹੀਂ ਆ ਸਕਦੇ, ਪਰ ਜਿਹੜਾ ਭਈ ਸਾਡੀ ਇਸ ਵੇਲੇ ਡਰ ਆ ਵੀ ਜੇ ਫੁੱਟ ਪੈ ਜਾਵੇ ਵਿੱਚ, ਤੇ ਅਸੀਂ ਚੁੱਪ ਰਹੇ। ਸੋ ਅਸੀਂ ਆਪਣੇ ਜਿਹੜੇ ਤੁਹਾਨੂੰ ਆਪਣੇ ਵਿਚਾਰ ਦੱਸ ਦਿੱਤੇ ਆ, ਜੋ ਤੁਸੀਂ ਕਰਾਂਗੇ ਤੁਹਾਡੀ ਮਰਜ਼ੀ ਆ ਮਗਰੋਂ, ਪਰ ਜਿਹੜੀ ਦੁਨੀਆ ਤੁਹਾਡੇ ਵੱਲ ਦੇਖ ਰਹੀ ਆ, ਤੁਹਾਡੀ ਜ਼ਿੰਮੇਵਾਰੀ ਬਹੁਤ ਵੱਡੀ ਆ ਇਤਿਹਾਸਕ ਤੌਰ 'ਤੇ। ਜਿੱਦਾਂ ਮੈਂ ਪਹਿਲਾਂ ਕਿਹਾ ਵੀ 25 ਸਾਲ ਮਗਰੋਂ ਤੁਸੀਂ ਦੇਖੋਗੇ ਇਹ ਚੀਜ਼ ਸਫਲ ਕਿੱਦਾਂ ਹੋਈ ਜਾਂ ਫੇਲ ਕਿੱਦਾਂ ਹੋਈ। ਫਿਰ ਮੁੜ ਕੇ ਨਾ ਸੋਚਿਓ ਵੀ ਤੁਹਾਡੀ ਕਿਹੜੀ ਗਲਤੀ ਸੀ ਇਹਦੇ ਵਿੱਚ, ਕਿਉਂਕਿ ਤੁਹਾਨੂੰ ਪਤਾ ਨਹੀਂ ਸੀਗਾ ਵੀ ਤੁਸੀਂ ਗਲਤੀ ਇੰਨੀ ਵੱਡੀ ਕੀਤੀ ਆ ਵੀ ਕਰੋੜਾਂ ਤੋਂ ਕਰੋੜ ਬੰਦੇ ਵਾਪਸ ਖਾਲੀ ਹੱਥੀਂ ਗਏ, ਖਾਲੀ ਝੋਲੀ ਵਾਪਸ ਗਏ ਆਪਣੇ ਪਿੰਡਾਂ ਨੂੰ। ਸੋ ਤਕੜੇ ਰਹਿਣਾ, ਸੰਗਤ ਨਾਲ ਆ, ਇਕੱਠੇ ਰਹਿਣਾ, ਸੰਗਤ ਨਾਲ ਆ, ਇੱਕ ਦੂਜੇ ਨਾਲ ਗੱਲਬਾਤ ਕਰੋ, ਸੰਗਤ ਤੁਹਾਡੇ ਨਾਲ ਆ। ਪਰ ਜੇ ਤੁਸੀਂ ਇਕੱਲੇ ਹੋਣ ਲੱਗ ਪਏ ਫਿਰ ਤਾਂ ਬਸ ਬਿਲਕੁਲ ਸਾਰਿਆਂ ਦੇ ਦਿਲ ਟੁੱਟ ਜਾਣੇ, ਕਿਉਂਕਿ ਦੇਖੋ ਕਿੰਨਾ ਕੁਝ ਹੋਇਆ ਅਤੇ ਤਾਂ ਵੀ ਅਸੀਂ ਕਹਿਣਾ ਵੀ ਬੰਦੇ ਇਕੱਠੇ ਨਹੀਂ ਬਹਿ ਸਕੇ। ਸੋ ਤੁਹਾਡਾ ਬਹੁਤ ਧੰਨਵਾਦ, ਸਾਰਿਆਂ ਦਾ ਧੰਨਵਾਦ, ਸਾਰੇ ਸੇਵਾਦਾਰਾਂ ਦਾ ਧੰਨਵਾਦ ਜਿਹੜੇ ਲੱਗੇ ਹੋ ਦਿਨ ਦਿਹਾੜੀ। ਜੋ ਵੀ ਕੋਈ ਚੀਜ਼ ਦੀ ਲੋੜ ਆ ਸਾਨੂੰ ਤੁਸੀਂ ਪੁੱਛ ਸਕਦੇ ਆ, ਸਾਡੀਆਂ ਟੀਮਾਂ ਉੱਥੇ ਆ, ਸਾਡੀ ਵੈਬਸਾਈਟ ਖਾਲਸਾ ਹੋ ਗਿਆ। ਪਰ ਸਾਡੀ ਇਹੀ ਬੇਨਤੀ ਆ ਭਈ ਕੋਈ ਨਾ ਕੋਈ ਇਹਨਾਂ ਯੂਨੀਅਨ ਲੀਡਰਸ਼ਿਪ ਦੇ ਵਿੱਚੋਂ ਜਾਂ ਯੂਥ ਲੀਡਰਸ਼ਿਪ ਵਿੱਚੋਂ ਇੱਕ ਦੂਜੇ ਨੂੰ ਜਾ ਕੇ ਮਿਲੋ, ਅਤੇ ਰੋਜ਼ ਹੀ ਮੀਟਿੰਗਾਂ ਕਰੋ 15-20 ਮਿੰਟ ਦੀਆਂ, ਇੱਕ ਦੂਜੇ ਨਾਲ ਚਾਹ ਦਾ ਕੱਪ ਪੀਵੋ, ਕਿਉਂਕਿ ਸਾਨੂੰ ਸਾਰਿਆਂ ਨੂੰ ਦਿਸੇ ਪਏ ਤੁਸੀਂ ਇਕੱਠੇ ਆ। ਤੁਹਾਡਾ ਬਹੁਤ ਧੰਨਵਾਦ।
ਜਿੱਥੇ ਵੀ ਹੈਗੇ ਆ ਚੜ੍ਹਦੀ ਕਲਾ 'ਚ ਰਹੋ, ਤੇ ਅਸੀਂ ਵੀ ਕਹਿੰਦੇ ਮੋਰਚਾ ਸਫਲ ਹੋਵੇ। ਪਰ ਸਫਲਤਾ ਹੁਣ ਤੁਹਾਡੇ ਸਿਰ ਦੇ ਉੱਪਰ ਹੀ ਆ। ਅਸੀਂ ਇਕੱਠੇ ਹੋ ਕੇ ਕਿੱਦਾਂ ਸਾਹਮਣਾ ਕਰਨਾ ਉਹ ਸਰਕਾਰਾਂ ਦਾ, ਜਿਹੜੀ ਸਰਕਾਰ ਸਾਨੂੰ ਵੱਖਰੀ ਕਰ ਰਹੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।